क्यों इस तरीके नाल विरोध कर रही है? ये तो ਜਿਹੜੀਆਂ ਪ੍ਰਥਾਵਾਂ ਚੱਲੀਆਂ ਆ ਰਹੀਆਂ ਨੇ ਤੁਸੀਂ ਪਾਈਆਂ ਜਾਂ ਤੁਹਾਡੇ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਹੋਇਆ ਉਸ ਤੋਂ ਅੱਗੇ ਵਧ ਰਹੇ ਆ, ਸਰਕਾਰ ਦਾ ਤਰਕ ਇਹੀ ਹੈ, ਬੀਜੇਪੀ ਦਾ ਤਰਕ ਇਹ ਹੈ, ਫਿਰ ਬਵਾਲ ਕਿਉਂ ਹੈ ਇਸ ਗੱਲ ਦੇ ਉੱਤੇ? नहीं देखो गौरव जी, देखो मैनू लगता है विवाद कोई होना ही नहीं सी चाहिए जी। जे सारिया पार्टियां कहती हैं प्रधानमंत्री ने सगों खुला दिल करके कहा जिदा भी ठीक है, सगों एक आदिवासी और लेडीज साडे राष्ट्रपति ने सगों देश का नाम उच्चा होना चाहिए सी। वाकई इन्होंने फकर फराक दिल आइए दिखाया। देखो जिस तक तुसीं गल करते हो, संसद भवन एक लोकतंत्र का बहुत बड़ा मंदिर है। बिल्कुल। इन्होंने मैं गल दस जयबंश जी इन्होंने सानू दस्सिया, मैनूं लगदा इन्होंने पूरी जानकारी नहीं गी। 87 ਦੇ ਵਿੱਚ ਨਾ ਪਾਰਲੀਮੈਂਟ ਲਾਇਬ੍ਰੇਰੀ ਦਾ ਨੀਂਹ ਪੱਥਰ ਵੀ ਰੱਖਿਆ ਸੀ ਜੀ ਸਾਡੇ ਰਾਜੀਵ ਗਾਂਧੀ ਜੀ ਨੇ, ਪਰ ਇਹਨਾਂ ਨੂੰ ਧਿਆਨ ਰੱਖੋ ਉਹਦਾ ਉਦਘਾਟਨ ਆਰ ਕੇ ਨਾਰਾਇਣਨ ਨੇ ਕੀਤਾ ਸੀ। ਇਹ ਭੁੱਲ ਗਏ ਕਿਉਂਕਿ ਇਹਦੇ ਵਿੱਚ ਪੀਐਮ ਨੇ ਉਦਘਾਟਨ ਕਰਨਾ ਤੇ ਪੀਐਮ ਨੇ ਨੀਂਹ ਪੱਥਰ ਰੱਖਿਆ ਸੀ। ਦੂਜੀ ਗੱਲ 1975 ਦੇ ਵਿੱਚ ਜਿਹੜੀ ਪਾਰਲੀਮੈਂਟ ਅਨੈਕਸੀ ਆ ਉਹਦਾ ਉਦਘਾਟਨ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕੀਤਾ ਸੀ ਤੇ ਉਹਦਾ ਨੀਂਹ ਪੱਥਰ ਕਿਹਨੇ ਰੱਖਿਆ ਸੀ ਜੀ? ਵੀ ਗਿਰੀ ਨੇ। ਸਨਮਾਨ ਜਿਹੜਾ ਹੁੰਦਾ ਹੈ ਜੀ ਬਰਾਬਰ ਦਾ ਹੁੰਦਾ ਹੈ। ਦੇਖੋ ਦੋਨਾਂ ਸਦਨਾਂ ਦੇ ਮੁਖੀ ਨੇ, ਸੇਨਾਵਾਂ ਦੇ ਮੁਖੀ ਨੇ, ਇਸ ਤੋਂ ਉੱਪਰ ਕੋਈ ਚੀਜ਼ ਹੈ ਨਹੀਂ। ਔਰ ਫਸਟ ਲੇਡੀ ਨੇ ਔਰ ਆਦੀਵਾਸੀ ਨੇ ਔਰ ਲੇਡੀਜ਼ ਨੇ। ਇਹ ਮੈਨੂੰ ਲੱਗਦਾ ਇੱਕ ਆਦੀਵਾਸੀ ਸਮਾਜ ਦਾ ਔਰ ਲੇਡੀਜ਼ ਦਾ ਇਹ ਜਿਹੜਾ ਇਹ ਸਨਮਾਨ ਨਹੀਂ ਕੀਤਾ ਗਿਆ ਤੇ ਸਨਮਾਨ ਹੋਣਾ ਚਾਹੀਦਾ ਸੀ। ਅਸੀਂ ਤੇ ਇੰਡੀਅਨਸ ਤੇ ਜਿਹੜੇ ਲੇਡੀਜ਼ ਨੂੰ ਕਹਿੰਦੇ ਆ ਲੇਡੀਜ਼ ਫਸਟ ਸਨਮਾਨ ਦੇਣੇ, ਸਭ ਤੋਂ ਜ਼ਿਆਦਾ ਔਰਤ ਨੂੰ ਸਾਡਾ ਸਨਮਾਨ ਦਿੱਤਾ ਜਾਂਦਾ ਪਰ ਇੱਥੇ ਸਨਮਾਨ ਨਹੀਂ ਦਿੱਤਾ ਗਿਆ। ਨਹੀਂ ਕਹਿੰਦੇ ਤੁਹਾਨੂੰ ਹੁਣੇ 2-3 ਦਿਨਾਂ 'ਚ ਹੀ ਯਾਦ ਆਇਆ ਸਭ ਕੁਝ ਜਦੋਂ ਸਿਡਨੀ ਗਏ ਨੇ ਜਾਂ ਜਦੋਂ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਗਏ ਨੇ, ਕਹਿੰਦੇ ਇਸ ਤੋਂ ਪਹਿਲਾਂ ਤੁਸੀਂ ਵਿਰੋਧ ਵੀ ਨਹੀਂ ਕਰ ਰਹੇ ਸੀ। ਦੇਖੋ ਜੈਬੰਸ ਜੀ ਨੇ ਕਿਹਾ ਉੱਥੇ ਸਾਡਾ ਬਹੁਤ ਸਵਾਗਤ ਹੋਇਆ, ਇਹ ਹੋਇਆ। ਦੇਖੋ ਮੈਂ ਉਹ ਨਹੀਂ ਪੈਣਾ ਚਾਹੁੰਦਾ ਕੀ ਹੋਇਆ ਨਹੀਂ ਕੀ ਹੋਇਆ, ਉਹ ਸਾਰੀਆਂ ਏਜੰਸੀਜ਼ ਵਿਖਾਉਂਦੀਆਂ ਨੇ, ਤੁਸੀਂ ਕਈ ਮੀਡੀਆ ਨਹੀਂ ਵਿਖਾਉਂਦਾ, ਕਈ ਮੀਡੀਆ ਵਿਖਾ ਦਿੰਦਾ। ਉਹ ਤੇ ਫਿਰ ਪਹਿਲਵਾਨ ਉੱਥੇ ਕੀ ਕਰ ਰਹੇ ਨੇ ਤੁਸੀਂ ਮੈਨੂੰ ਦੱਸੋਗੇ? ਜੈਬੰਸ ਜੀ ਜਰਾ ਜੰਤਰ ਮੰਤਰ ਦੇ ਵਿੱਚ ਉਹਨਾਂ ਬਾਰੇ ਤੁਸੀਂ ਕਦੇ ਗੱਲ ਨਹੀਂ ਕਰਦੇ। ਉਹ ਦੇਸ਼ ਦੀਆਂ ਬੇਟੀਆਂ ਕੀ ਕਰ ਰਹੀਆਂ ਨੇ ਉਹਨਾਂ ਬਾਰੇ ਵੀ ਜੇ ਗੱਲ ਤੇ ਕਰ ਲਿਓ ਨਾ ਜੀ। ਗੱਲ ਗੌਰਵ ਜੀ ਮੈਂ ਫਿਰ ਤੇ ਆਉਂਗਾ, ਮੈਂ ਲਾਈਨ ਤੋਂ ਟੌਪਿਕ ਨਹੀਂ ਹਟਣਾ। ਦੇਖੋ ਇਹ ਜਿਹੜੀ ਆਦੀਵਾਸੀ ਸਮਾਜ ਤੋਂ ਇੱਕ ਲੇਡੀ ਆ ਰਹੀ ਆ ਔਰ ਉਹ ਸਾਡੇ ਰਾਸ਼ਟਰਪਤੀ ਨੇ, ਇਹਨਾਂ ਤੋਂ ਉੱਪਰ ਇਹਨਾਂ ਨੂੰ ਅੱਜ ਕ੍ਰੈਡਿਟ ਲੈਣ ਦਾ ਕੋਈ ਬੇਸਿਕਲੀ ਹੋਰ ਕੋਈ ਚੀਜ਼ ਨਹੀਂ ਸੀ ਹੈਗੀ। ਸਾਰੀ ਦੁਨੀਆ ਦੇ ਵਿੱਚ ਇਹਨਾਂ ਦਾ ਆ ਜਾਣਾ ਸੀ। ਉਹ ਜੇ ਵੇਖੋ ਫਰਾਕ ਦਿੱਲੀ ਕਰਕੇ ਜੇ ਇੰਨੀਆਂ ਪਾਰਟੀਆਂ ਕਹਿ ਰਹੀਆਂ ਨੇ, ਕਾਂਗਰਸ ਨਹੀਂ ਕਿੰਨੀਆਂ ਮੈਂ ਤੁਹਾਨੂੰ ਪਾਰਟੀ ਕਰਾ, ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਲੈਫਟ, ਡੀਐਮਕੇ, ਟੀਐਮਸੀ, ਆਰਜੇਡੀ, ਜੇਡੀਯੂ, ਕਈ ਪਾਰਟੀਆਂ ਕਹਿ ਰਹੀਆਂ ਨੇ ਲੰਬੀ। ਮੈਂ ਸੰਧੂ ਸਾਹਿਬ ਇੱਕ ਛੋਟਾ ਜਿਹਾ ਸਵਾਲ, ਮੈਂ ਉਸ ਤੋਂ ਬਾਅਦ ਜਵਾਬ ਲੈਣਾ। ਦੇਖੋ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਜੇਕਰ ਤੁਸੀਂ ਵਾਕਈ ਇੰਨੀ ਫਰਾਕ ਦਿਲੀ ਦਿਖਾਉਣ ਦੀ ਗੱਲ ਕਰ ਰਹੇ ਹੋ ਤਾਂ ਜਦੋਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਸੀ ਤਾਂ ਉਸ ਸਮੇਂ ਵੀ ਦਿਖਾਈ ਜਾ ਸਕਦੀ ਸੀ। ਉਸ ਸਮੇਂ ਤਾਂ ਕਾਂਗਰਸ ਵਿਰੋਧ ਕਰ ਰਹੀ ਸੀ ਨਾ, ਆਦੀਵਾਸੀ ਮਹਿਲਾ ਜੋ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਸੀ। ਦੇਖੋ ਉਹ ਰਾਸ਼ਟਰਪਤੀ ਦੀ ਜਦੋਂ ਚੋਣ ਸੀ ਉਹਦੀ ਅਸੀਂ ਇਲੈਕਸ਼ਨ ਦੀ ਕੀਤੀ ਆ, ਅਸੀਂ ਕਿਸੇ ਪਾਰਟਿਕੂਲਰ ਲੇਡੀ ਦੀ ਨਹੀਂ ਕੀਤੀ। ਤੁਸੀਂ ਮੈਨੂੰ ਕਿਸੇ ਸਾਡੇ ਐਮਪੀ ਦਾ, ਐਮਐਲਏ ਦਾ, ਕਿਸੇ ਦਾ ਕੋਟ ਇਹ ਵਿਖਾਓ ਵੀ ਅਸੀਂ ਜਿਹੜੀ ਦ੍ਰੋਪਦੀ ਮੁਰਮੂ ਉਹਨਾਂ ਦੀ ਜਾਂ ਉਹਨਾਂ ਦੀ ਜਿਹੜੀ ਸਮਾਜ ਦੀ ਕੀਤੀ ਆ ਨਾ। ਬਿਲਕੁਲ ਅਸੀਂ ਇਹ ਨਹੀਂ ਕੀਤੀ। ਠੀਕ ਹੈ, ਚਲੋ ਭਾਈ ਇੱਕ ਵਾਰੀ ਸਾਰੇ ਦਾ ਰਿਐਕਸ਼ਨ ਲੈ ਲਈਏ। ਸੰਘੇੜਾ ਸਾਹਿਬ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ? ਕੀ ਪੁਆਇੰਟ ਤੁਹਾਨੂੰ ਨਜ਼ਰ ਆਉਂਦਾ ਹੈ? ਦੇਖੋ ਲਗਾਤਾਰ ਬੀਜੇਪੀ ਕਹਿ ਰਹੀ ਹੈ ਕਿ ਜੋ ਪ੍ਰਥਾਵਾਂ ਚੱਲਦੀਆਂ ਆ ਰਹੀਆਂ ਨੇ ਅਸੀਂ ਉਸ ਦੇ ਉੱਤੇ ਅੱਗੇ ਵਧ ਰਹੇ ਹਾਂ, ਤਾਂ ਫਿਰ ਵਿਰੋਧ ਕਿਉਂ? ਉਦਘਾਟਨ ਸਮਾਗਮ ਬਹੁਤ ਇਤਿਹਾਸਿਕ ਪਲ ਹੈ, ਅਗਲੀਆਂ ਕਈ ਪੀੜ੍ਹੀਆਂ ਇਸ ਪਲ ਨੂੰ ਯਾਦ ਕਰਨਗੀਆਂ, ਜ਼ਿਕਰ ਕਰਨਗੀਆਂ ਕਿ 28 ਮਈ 2023 ਨੂੰ ਦੇਸ਼ ਦੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋਇਆ ਸੀ ਤੇ ਉੱਥੇ ਵੀ ਜ਼ਿਕਰ ਹੋਏਗਾ ਕਿ ਆਮ ਆਦਮੀ ਪਾਰਟੀ ਨੇ ਉਸ ਦਾ ਬਾਈਕਾਟ ਕੀਤਾ ਸੀ। 2023 ਚ ਜਿਹੜਾ ਉਦਘਾਟਨ ਹੋਣਾ ਹੈ ਗੌਰਵ ਜੀ, ਤੁਹਾਡੀ ਬਿਲਕੁਲ ਸਹੀ ਗੱਲ ਹੈ ਕਿ ਇਤਿਹਾਸਕ ਕੰਮ ਹੋਣ ਜਾ ਰਿਹਾ। ਇਸ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਜਾਵੇਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਰਾਸ਼ਟਰਪਤੀ ਦੇ ਅਹੁਦੇ ਦਾ ਅਪਮਾਨ ਕਰ ਰਹੀ ਹੈ, ਆਦੀਵਾਸੀਆਂ ਦਾ ਅਪਮਾਨ ਕਰ ਰਹੀ ਹੈ, ਦਲਿਤ ਭਾਈਚਾਰੇ ਦਾ ਅਪਮਾਨ ਕਰ ਰਹੀ ਹੈ, ਔਰਤਾਂ ਦਾ ਅਪਮਾਨ ਕਰ ਰਹੀ ਹੈ। ਰਾਸ਼ਟਰਪਤੀ ਦਾ ਅਹੁਦਾ ਜੈਬੰਸ ਸਿੰਘ ਜੀ ਨੂੰ ਮੈਂ ਇਹ ਗੱਲ ਯਾਦ ਕਰਾਉਣਾ ਚਾਹੁੰਦਾ, ਤੁਸੀਂ ਜੈਬੰਸ ਸਿੰਘ ਜੀ ਇੱਕ ਡਿਸਿਪਲਿਨਡ ਫੋਰਸ ਦੇ ਵਿੱਚ ਆਫੀਸਰ ਰਹੇ ਹੋ, ਤੁਹਾਨੂੰ ਤਾਂ ਬਾਖੂਬੀ ਪਤਾ, ਬੱਚੇ ਨੂੰ ਭਾਰਤ ਦੇ ਨੂੰ ਪਤਾ ਆ ਕਿ ਰਾਸ਼ਟਰਪਤੀ ਕੌਣ ਹੁੰਦਾ ਆ। ਸਭ ਤੋਂ ਵੱਡਾ ਸੰਵਿਧਾਨਕ ਹੈਡ ਜਦੋਂ ਰਾਸ਼ਟਰਪਤੀ ਸਹੁੰ ਚੱਕ ਲੈਂਦਾ ਆ ਉਹ ਕੋਈ ਕਿਸੇ ਪਾਰਟੀ ਦਾ ਜਾਂ ਕਿਸੇ ਹੋਰ ਦਾ ਨੁਮਾਇੰਦਾ ਨਹੀਂ ਹੁੰਦਾ। ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਨੇ, ਅੱਜ ਵੀ ਸਿਪਾਹੀ ਨੇ, ਆਰਐਸਐਸ ਦੇ ਜਨਸੰਘ ਦੇ ਅੱਜ ਵੀ ਸਿਪਾਹੀ ਨੇ, ਨਾਲ ਪ੍ਰਧਾਨ ਮੰਤਰੀ ਵੀ ਨੇ। ਤੇ ਰਾਸ਼ਟਰਪਤੀ ਤਾਂ ਗੌਰਵ ਜੀ ਰਿਟਾਇਰ ਵੀ ਜਦੋਂ ਹੋ ਜਾਂਦੇ ਆ ਉਹ ਸਿਆਸਤ ਵੱਲ ਮੂੰਹ ਹੀ ਨਹੀਂ ਕਰਦੇ। ਸਭ ਤੋਂ ਵੱਡੀ ਸਤਿਕਾਰਤ ਸ਼ਖਸੀਅਤ,
ਸਭ ਤੋਂ ਵੱਡਾ ਸਤਿਕਾਰਤ ਅਹੁਦਾ, ਜੀ। ਚਾਹੇ ਤਨਖਾਹਾਂ ਦੇ ਹਿਸਾਬ ਨਾਲ ਦੇਖ ਲਓ, ਚਾਹੇ ਹੋਰ ਪਾਸਿਓਂ ਦੇਖ ਲਓ, ਸੰਵਿਧਾਨ ਦੇ ਅਨੁਸਾਰ ਸਭ ਤੋਂ ਵੱਡਾ ਤੇ ਸਤਿਕਾਰਤ ਸੰਵਿਧਾਨਕ ਅਹੁਦਾ ਰਾਸ਼ਟਰਪਤੀ ਹੈ। ਠੀਕ ਹੈ। ਔਰ ਪਾਰਲੀਮੈਂਟ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੀ ਸਾਰਾ ਕੁਝ ਹੁੰਦਾ, ਜਿੱਦਾਂ ਸੂਬਿਆਂ 'ਚ ਗਵਰਨਰ ਦੇ ਭਾਸ਼ਣ ਨਾਲ ਹੁੰਦਾ ਆ। ਸੰਵਿਧਾਨਕ ਹੈੱਡ ਤੋਂ ਉਦਘਾਟਨ ਕਰਾਉਣਾ ਚਾਹੀਦਾ ਆ। ਉਹਨਾਂ ਨੂੰ ਸੱਦਿਆ ਤੱਕ ਨਹੀਂ ਗਿਆ। ਕੋਈ ਪਤਾ ਨਹੀਂ ਕਿਹੜੀ ਨਫ਼ਰਤ ਜਾਂ ਕਿੱਥੇ ਇਹਨਾਂ ਦੇ ਵਿੱਚ ਹਿਟਲਰ ਸ਼ਾਹੀ ਆਈ ਹੋਈ ਆ। ਇਹ ਛੋਟੀ ਮੋਟੀ ਗਲਤੀ ਨਹੀਂ ਹੈ। ਜੈਬੰਦ ਸਿੰਘ ਜੀ ਆਪਣੀਆਂ ਖੂਬੀਆਂ ਆਪੇ ਗਿਣੀ ਜਾਂਦੇ ਆ। ਮੈਂ ਤਾਂ ਸੰਘੇੜਾ ਸਾਹਿਬ, ਤੁਹਾਨੂੰ ਇਸ ਦੇ ਵਿੱਚ ਤਰਕ ਤੇ ਦਮ ਨਜ਼ਰ ਆਉਂਦਾ ਹੈ ਜੋ ਬੀਜੇਪੀ ਦੇ ਰਹੀ ਹੈ ਕਿ 75 ਦੇ ਵਿੱਚ ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਇੱਕ ਹਿੱਸੇ ਦਾ ਉਦਘਾਟਨ ਕੀਤਾ ਔਰ ਉਸ ਤੋਂ ਬਾਅਦ 87 ਦੇ ਵਿੱਚ ਰਾਜੀਵ ਗਾਂਧੀ ਹੋਰਾਂ ਦੇ ਵੱਲੋਂ ਇੱਕ ਉਦਘਾਟਨ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ। ਉਹ ਵੀ ਤਾਂ ਪ੍ਰਧਾਨ ਮੰਤਰੀ ਆ, ਉਸਦੇ ਪੈਰਲਰ ਅਹੁਦੇਦਾਰ ਰਹੇ ਨੇ ਨਾ। ਉਹਦੇ ਵਿੱਚ ਪਾਰਲੀਮੈਂਟ 'ਚ ਕਿਸੇ ਨੇ ਉਦਘਾਟਨ ਕਰਤਾ ਜਾਂ ਪਹਿਲਾਂ ਕੋਈ ਰਵਾਇਤ ਦੇ ਵਿੱਚ ਇੱਕਾ ਦੁੱਕਾ ਐਗਜ਼ਾਮਪਲ ਹੈਗੀਆਂ, ਭਾਵੇਂ ਵੱਧ ਵੀ ਨੇ। ਗੌਰਵ ਜੀ, ਮੈਂ ਫੇਰ ਵੀ ਇਹ ਕਹੂੰਗਾ ਕਿ ਇਹ ਉਹ ਗੱਲ ਹੈ ਵੀ ਜਿੱਦਾਂ ਤੁਸੀਂ ਇੱਕ ਕੁੱਕ ਜਿਹੜਾ ਆ ਇੱਕ ਘਰ ਦੇ ਵਿੱਚ ਬਹੁਤ ਵਧੀਆ ਖੀਰ ਬਣਾ ਲੈਂਦਾ ਆ, ਬਾਅਦ ਵਿੱਚ ਉਹ ਇੱਕ ਚਮਚ ਰੇਤਾ ਦਾ ਵਿੱਚ ਪਾ ਦਿੰਦਾ। ਭਾਰਤੀ ਜਨਤਾ ਪਾਰਟੀ ਇਹ ਕੰਮ ਕਰ ਰਹੀ ਆ। ਕਾਦੀ ਹੈਂਕੜਬਾਜ਼ੀ ਆ ਇਹਨਾਂ ਦੀ? ਐਲਾਨ ਕਰਨ, ਰਾਸ਼ਟਰਪਤੀ ਜੀ ਕਰਨਗੇ, ਇਹਦੇ ਚ ਇਹਨਾਂ ਦਾ ਮਾਣ ਸਤਿਕਾਰ ਹੋਰ ਵਧੇਗਾ। ਆਪਾਂ ਨੂੰ ਉਹ ਗੱਲ ਕਰਨੀ ਚਾਹੀਦੀ ਆ ਜਿਹੜੀ ਸਾਰੇ ਲੋਕਾਂ ਨੂੰ ਜੱਚਦੀ ਆ। ਪ੍ਰਧਾਨ ਮੰਤਰੀ ਦੇ ਉਦਘਾਟਨ ਕਰਨ ਤੋਂ ਕੀ ਦਿੱਕਤ ਹੈ? ਤੁਸੀਂ ਇਹ ਲੋਕਾਂ ਨੂੰ ਸਮਝਾ ਦਿਓ ਕਿ ਪ੍ਰਧਾਨ ਮੰਤਰੀ ਉਦਘਾਟਨ ਕਰ ਰਹੇ ਨੇ, ਇਸ ਦੇ ਨਾਲ ਤੁਹਾਨੂੰ ਕੀ ਦਿੱਕਤ ਹੈ? ਪ੍ਰਧਾਨ ਮੰਤਰੀ ਵੀ ਚੁਣੇ ਹੋਏ ਨੇ ਨਾ, ਦੇਸ਼ ਦੇ ਲੋਕਾਂ ਨੇ ਚੁਣਿਆ ਉਹਨਾਂ ਨੂੰ। ਗੌਰਵ ਜੀ, ਲੋਕਾਂ ਨੇ ਚੁਣਿਆ, ਉਹਨਾਂ ਨੂੰ ਉਦਘਾਟਨ ਕਰਨ ਲਈ ਨਹੀਂ ਚੁਣਿਆ, ਉਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਚੁਣਿਆ। ਪਰ ਉਹਨਾਂ ਨੂੰ ਰਾਸ਼ਟਰਪਤੀ ਦਾ ਜਿਹੜਾ ਆ ਉਹਦੇ ਉਸ ਅਹੁਦੇ ਦੀ ਮਾਣ ਸਤਿਕਾਰ ਨੂੰ ਘਟਾਉਣ ਲਈ ਨਹੀਂ ਚੁਣਿਆ। ਉਹਨਾਂ ਨੂੰ ਸੰਵਿਧਾਨ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਲਈ ਨਹੀਂ ਚੁਣਿਆ। ਉਹਨਾਂ ਨੂੰ ਡੈਮੋਕ੍ਰੇਸੀ ਦੇ ਜਿਹੜੇ ਮਿਆਰ ਹੈਗੇ ਆ ਉਹਨਾਂ ਨੂੰ ਨੀਚੇ ਗਿਰਾਉਣ ਲਈ ਨਹੀਂ ਚੁਣਿਆ। ਆਦੀਵਾਸੀਆਂ ਦਾ ਅਪਮਾਨ ਕਰਨ ਲਈ ਨਹੀਂ ਚੁਣਿਆ ਗਿਆ ਪ੍ਰਧਾਨ ਮੰਤਰੀ ਨੂੰ। ਦਲਿਤਾਂ ਦਾ, ਔਰਤਾਂ ਦਾ ਅਪਮਾਨ ਕਰਨ ਲਈ ਨਹੀਂ ਚੁਣਿਆ ਗਿਆ ਪ੍ਰਧਾਨ ਮੰਤਰੀ ਨੂੰ। ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਜੀ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਦਾ ਅਪਮਾਨ ਹੋ ਰਿਹਾ ਹੈ? ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਦਾ ਅਪਮਾਨ ਹੋ ਰਿਹਾ ਆ ਜੀ। ਸਭ ਤੋਂ ਸੰਵਿਧਾਨਕ ਉੱਚਾ ਅਹੁਦਾ ਜਿਹੜਾ ਆ ਉਹਦਾ ਸੰਵਿਧਾਨ ਹੋ ਰਿਹਾ, ਸੰਵਿਧਾਨ ਦਾ ਅਪਮਾਨ ਹੋ ਰਿਹਾ, ਮਰਿਆਦਾਵਾਂ ਦਾ ਅਪਮਾਨ ਹੋ ਰਿਹਾ ਆ ਜੀ। ਕੀ ਹਰਜ ਕੀ ਆ? ਮੈਂ ਜੈਬੰਦ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਸੱਦਣ ਦੀ ਗੱਲ ਹੈ ਕਿ ਤੁਸੀਂ ਉਦਘਾਟਨ ਵਾਲੇ ਪੁਆਇੰਟ ਦੇ ਉੱਤੇ ਹੋ ਕਿ ਜੇ ਰਾਸ਼ਟਰਪਤੀ ਉੱਥੇ, ਜਾਣਕਾਰੀ ਸਾਡੇ ਕੋਲ ਇਹ ਵੀ ਹੈ ਕਿ ਉਹਨਾਂ ਦਾ ਇੱਕ ਮੈਸੇਜ ਹੋਏਗਾ, ਉਪ ਰਾਸ਼ਟਰਪਤੀ ਦਾ ਇੱਕ ਮੈਸੇਜ ਹੋਏਗਾ, ਉਸ ਤੋਂ ਬਾਅਦ ਉਦਘਾਟਨ ਹੈ। ਉਹਨਾਂ ਤੋਂ ਸੱਦਿਆ ਤੱਕ ਨਹੀਂ ਗਿਆ, ਰਾਸ਼ਟਰਪਤੀ ਨੂੰ ਤਾਂ ਬੁਲਾਇਆ ਤੱਕ ਨਹੀਂ ਗਿਆ। ਗੌਰਵ ਜੀ, ਬੁਲਾਇਆ ਤੱਕ ਨਹੀਂ ਗਿਆ। ਠੀਕ ਹੈ, ਚਲੋ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਦਾ, ਇੱਕ ਵਾਰੀ ਮੈਂ ਸਾਰਿਆਂ ਨੂੰ ਐਡ ਕਰ ਲਵਾਂ। ਤੁਹਾਡਾ ਪੁਆਇੰਟ ਆ ਗਿਆ ਸਰ। ਉਦਘਾਟਨ ਹੀ ਕਿੰਨਾ ਸ਼ੁਭ ਮੌਕਾ ਆ, ਉਦਘਾਟਨ ਹੀ ਰਾਸ਼ਟਰਪਤੀ ਤੋਂ ਕਰਵਾਉਣਾ ਚਾਹੀਦਾ। ਆਪਾਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਮੈਂ ਇੱਕ ਵਾਰੀ ਰੁਕ ਕਰਦਾ ਸਰ, ਥੋੜਾ ਜਿਹਾ ਵੇਟ ਕਰਿਓ। ਜੈਬੰਦ ਜੀ ਤੋਂ ਆਪਾਂ ਜਵਾਬ ਲਵਾਂਗੇ, ਪਰ ਪਹਿਲਾਂ ਮੈਂ ਪੀਰ ਮੁਹੰਮਦ ਜੀ ਦਾ ਰੁਕ ਕਰ ਲਵਾਂ, ਅਕਾਲੀ ਦਲ ਦਾ। ਪੀਰ ਮੁਹੰਮਦ ਜੀ, ਅਕਾਲੀ ਦਲ ਨੂੰ ਕਿਉਂ ਲੱਗ ਰਿਹਾ ਕਿ ਬੇਵਜ੍ਹਾ ਇਹ ਪੂਰਾ ਵਿਵਾਦ ਖੜਾ ਕੀਤਾ ਜਾ ਰਿਹਾ ਹੈ? ਇਹ ਤੁਸੀਂ ਵੀ ਸਮਝਾ ਦਿਓ, ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਨਾ ਸੱਦਣਾ, ਉਹਨਾਂ ਦੇ ਹੱਥੋਂ ਉਦਘਾਟਨ ਨਾ ਕਰਵਾਉਣਾ, ਜੋ ਸੰਵਿਧਾਨਿਕ ਅਹੁਦੇ ਦੇ ਉੱਤੇ, ਦੇਸ਼ ਦਾ ਸਭ ਤੋਂ ਵੱਡਾ ਸੰਵਿਧਾਨਿਕ ਅਹੁਦਾ, ਉਸ ਦਾ ਅਪਮਾਨ ਹੋ ਰਿਹਾ ਦੇਸ਼ 'ਚ। ਦੇਖੋ ਜੀ, ਕਈ ਵਾਰ ਇਤਿਹਾਸ ਜਿਹੜਾ ਆਪਣੇ ਆਪ ਨੂੰ ਦੁਹਰਾ ਦਿੰਦਾ। ਅੱਜ ਪਾਰਲੀਮੈਂਟ ਦੇ ਉਦਘਾਟਨ ਦੀ ਚਰਚਾ ਆਪਾਂ ਕਰ ਰਹੇ ਹਾਂ ਕਿ 28 ਮਈ ਨੂੰ ਪਾਰਲੀਮੈਂਟ ਦਾ ਉਦਘਾਟਨ ਹੋਣਾ। ਤੇ ਗੌਰਵ ਜੀ, ਤੁਹਾਨੂੰ ਯਾਦ ਹੋਵੇਗਾ, ਤੁਸੀਂ ਉਦੋਂ ਛੋਟੀ ਉਮਰ 'ਚ ਹੋਵੋਗੇ ਸ਼ਾਇਦ, ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਨਹੀਂ ਦੱਸਿਆ ਗਿਆ ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਕਰਨਾ ਸੀ। ਮੈਨੂੰ ਤਾਂ ਪਤਾ ਹੀ ਬਾਅਦ ਦੇ ਵਿੱਚ ਲੱਗਾ ਸਾਰੀ ਯੋਜਨਾ ਦਾ। ਜਿਹੜਾ ਦੇਸ਼ ਦਾ ਰਾਸ਼ਟਰਪਤੀ ਇਹ ਗੱਲ ਕਹਿ ਰਿਹਾ ਹੈ ਤੇ ਅੱਜ ਕਾਂਗਰਸ ਇੱਕ ਉਦਾਹਰਨ ਇਹ ਦੇ ਰਹੀ ਹੈ ਕਿ ਦੇਖੋ ਜੀ, ਜਿਹੜੇ ਰਾਸ਼ਟਰਪਤੀ ਨੇ, ਆਦੀਵਾਸੀ ਨੇ, ਉਹਨਾਂ ਨੂੰ ਉਦਘਾਟਨ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਮੈਂ ਕਾਂਗਰਸ ਨੂੰ ਤੇ ਉਹਨਾਂ ਦੀਆਂ ਸਮਰਥਕ ਪਾਰਟੀਆਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਇਹ ਦੱਸੋ ਕਿ ਰਾਸ਼ਟਰਪਤੀ ਦੀ ਜਦੋਂ ਚੋਣ ਹੋ ਰਹੀ ਸੀ, ਜਦੋਂ ਤੁਹਾਨੂੰ ਇੰਨਾ ਹੀ ਇਸ ਗੱਲ ਦਾ ਹੈਗਾ ਹੇਜ ਕਿ ਆਦੀਵਾਸੀ ਜਿਹੜੀ ਮਹਿਲਾ ਜੇ ਉਹਨੂੰ ਮੌਕਾ ਮਿਲ ਗਿਆ, ਇੱਕ ਔਰਤ ਨੂੰ ਮੌਕਾ ਮਿਲ ਗਿਆ, ਤੇ ਤੁਸੀਂ ਤਾਂ ਯੂਨਾਨੀਮੈਸੀ ਉਸ ਦੇ ਵਿੱਚ ਸ਼ਾਮਲ ਹੁੰਦੇ। ਉਸ ਵਕਤ ਤੁਸੀਂ ਟਿਲ ਦਾ ਜ਼ੋਰ ਲਾਇਆ, ਹਰ ਪੱਧਰ ਦੀ ਹਰਕਤ ਕੀਤੀ ਕਿ ਜਿਹੜੀ ਨਹੀਂ ਸੀ ਕਰਨੀ ਚਾਹੀਦੀ, ਉਹਨਾਂ ਨੂੰ ਹਰਾਉਣ ਵਾਸਤੇ ਹਰ ਪੱਧਰ ਦਾ ਹਰਬਾ ਵਰਤਿਆ। ਤੇ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਦੇਖੋ ਜੀ, ਦੇਸ਼ ਦੇ ਰਾਸ਼ਟਰਪਤੀ ਦਾ ਅਪਮਾਨ ਹੋ ਰਿਹਾ। ਰਾਸ਼ਟਰਪਤੀ ਦਾ ਅਪਮਾਨ ਜਿੰਨਾ ਕਾਂਗਰਸ ਨੇ ਕੀਤਾ, ਜਿਵੇਂ ਉਹਨਾਂ ਨੂੰ ਵਰਤਦੇ ਰਹੇ ਨੇ ਰਾਸ਼ਟਰਪਤੀਆਂ ਨੂੰ,
ਤੇ ਉਸ ਦੇ ਵਿੱਚ ਤੁਸੀਂ ਦੇਖੋ ਮੌਜੂਦਾ ਸਮੇਂ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਇਸ ਵੇਲੇ ਬੋਲਬਾਲਾ ਇਸ ਪੱਧਰ ਦਾ ਹੈਗਾ ਕਿ ਉਹਨਾਂ ਨੇ ਇੱਕ ਯੋਜਨਾ ਬਣਾਈ ਕਿ ਨਵੀਂ ਪਾਰਲੀਮੈਂਟ ਬਣਾ ਦਿੱਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਤੇ ਉਹਨਾਂ ਨੂੰ ਇਸ ਗੱਲ ਦਾ ਚਾਅ ਹੈ ਕਿ ਮੈਂ ਉਦਘਾਟਨ ਕਰਨਾ, ਤੇ ਅਸੀਂ ਵੀ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਦੇ 'ਚ ਇਹਨੂੰ ਵਿਵਾਦ ਕਿਉਂ ਬਣਾਇਆ ਜਾ ਰਿਹਾ, ਜੇ ਉਹ ਉਦਘਾਟਨ ਕਰ ਲੈਣਗੇ ਤੇ ਫਿਰ ਕੀ ਹੋ ਜਾਏਗਾ। ਸੋ ਇਸ ਗੱਲ ਦੇ ਵਿੱਚ ਦੇਖੋ ਤੁਹਾਡੇ ਵਿਰੋਧੀ ਕਾਂਗਰਸ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸੱਦ ਨਹੀਂ ਰਹੇ ਰਾਸ਼ਟਰਪਤੀ ਨੂੰ, ਤੁਹਾਨੂੰ ਲੱਗਦਾ ਕਿ ਕੋਈ ਦਿੱਕਤ ਨਹੀਂ ਇਸ ਦੇ ਵਿੱਚ ਕਿ ਰਾਸ਼ਟਰਪਤੀ ਨੂੰ ਸੱਦਿਆ ਨਹੀਂ ਤਾਂ ਅਕਾਲੀ ਦਲ ਨੂੰ ਕੋਈ ਦਿੱਕਤ ਨਹੀਂ ਲੱਗ ਰਹੀ? ਨਹੀਂ ਦੇਖੋ ਮੈਨੂੰ ਲੱਗਦਾ ਕਿ ਰਾਸ਼ਟਰਪਤੀ ਵੀ ਆਉਣਗੇ, ਉਪ ਰਾਸ਼ਟਰਪਤੀ ਵੀ ਆਉਣਗੇ, ਕਸਟੋਡੀਅਨ ਹੁੰਦੇ ਨੇ ਜਿਹੜੇ ਸਪੀਕਰ ਹੁੰਦੇ ਨੇ ਪਾਰਲੀਮੈਂਟ ਦੇ ਉਹ ਵੀ ਉੱਥੇ ਆਉਣਗੇ, ਇਸ ਸਾਰਿਆਂ ਨੇ ਆਉਣਾ, ਇਸ ਦੇ ਵਿੱਚ ਕੋਈ ਗੱਲ ਨਹੀਂ। ਪਰ ਮੇਨ ਗੱਲ ਇਹ ਆ ਕਿ ਕਾਂਗਰਸ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੱਡੀਆਂ ਗਲਤੀਆਂ ਕੀਤੀਆਂ, ਇਤਿਹਾਸਕ ਗਲਤੀਆਂ ਕੀਤੀਆਂ, ਤੇ ਅੱਜ ਇਸ ਮੌਕੇ ਦੇ ਉੱਤੇ ਅਸੀਂ ਕਿਉਂ ਅੱਜ ਕੋਡ ਕੀਤਾ ਇਸ ਗੱਲ ਨੂੰ, ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਇਸ ਕਰਕੇ ਕੋਡ ਕਰ ਰਿਹਾ ਹੈ ਕਿ ਤੁਸੀਂ ਦੇਖੋ ਰਾਸ਼ਟਰਪਤੀ ਦੀ ਤੁਸੀਂ ਤੋਹੀਨ ਕਿਵੇਂ ਕੀਤੀ। ਤੁਸੀਂ ਤਾਂ ਲੋਕਾਂ ਦੇ ਕੋਲੋਂ, ਆਪਣੇ ਗੁੰਡਿਆਂ ਦੇ ਕੋਲੋਂ ਰਾਸ਼ਟਰਪਤੀ ਦੀ ਗੱਡੀ ਦੇ ਉੱਪਰ ਜਦੋਂ ਉਹ ਏਮਜ਼ ਦੇ ਵਿੱਚ ਜਿਹੜੇ ਉੱਥੇ ਪਤਾ ਲੈਣ ਗਏ, ਦੇਸ਼ ਦੀ ਪ੍ਰਧਾਨ ਮੰਤਰੀ ਜਦੋਂ ਇੰਜਰਡ ਸੀ ਤਾਂ ਉਹਨਾਂ ਦੇ ਉੱਤੇ ਰੋੜੇ ਮਰਵਾਏ ਗਏ। ਇਹੋ ਜੀ ਪਾਰਟੀ ਜਿਹੜੀ ਅੱਜ ਉਹ ਆਪਣੇ ਕਿਸ ਮੂੰਹ ਦੇ ਨਾਲ ਇਹ ਕਹਿ ਸਕਦੀ ਹੈ ਕਿ ਦੇਖੋ ਜੀ ਰਾਸ਼ਟਰਪਤੀ ਦੀ ਬੜੀ ਤੋਹੀਨ ਹੋ ਰਹੀ ਹੈ। ਸੋ ਇਹੋ ਜੀਆਂ ਗੱਲਾਂ ਕਰਨ ਦੀ ਬਜਾਏ ਸੋਚਣ ਤੇ ਵਿਚਾਰਨ ਦੀ ਇਹ ਲੋੜ ਹੈ ਕਿ ਅਸੀਂ 21ਵੀਂ ਸਦੀ ਦੇ ਵਿੱਚ ਜਦੋਂ ਗੁਜ਼ਰ ਰਹੇ ਹਾਂ ਤੇ ਇਸ ਦੇਸ਼ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦਾ ਮਸਲਾ ਹੈ, ਇਸ ਦੇਸ਼ ਦੇ ਅੰਦਰ ਪਾਰਲੀਮੈਂਟ ਤਾਂ ਚੱਲਣ ਹੀ ਨਹੀਂ ਦਿੰਦੇ ਲੋਕ। ਉੱਥੇ ਰੌਲਾ ਆਪਾਂ ਦੇਖਦੇ ਹਾਂ ਕਿਸ ਪੱਧਰ ਦਾ ਰੌਲਾ ਹੁੰਦਾ, ਚਾਹੇ ਰਾਜ ਸਭਾ ਦੇ ਵਿੱਚ ਉੱਥੇ ਜਿਹੜੇ ਚੁਣੇ ਜਾਂਦੇ ਆ ਸਾਡੇ 540 MP, ਉਹ ਉੱਥੇ ਬੜੇ ਸਿਰ ਜੋੜ ਕੇ ਬੈਠਣ, ਦੇਸ਼ ਦੀਆਂ ਜਿਹੜੀਆਂ ਮੇਨ ਸਮੱਸਿਆਵਾਂ ਨੇ। ਅੱਜ ਆਮ ਆਦਮੀ ਜਿਹੜਾ ਹੁਣ ਇਹ ਵੇਖੋ, ਆਮ ਆਦਮੀ ਕਿਤੇ ਨਾ ਸਮਝ ਲਿਓ ਪੰਜਾਬ ਵਾਲਾ ਜਿਹੜੀ ਸਰਕਾਰ ਚਲਾ ਰਹੀ, ਮੈਂ ਆਮ ਆਦਮੀ ਉਸ ਦੀ ਗੱਲ ਕਰ ਰਿਹਾ ਕਿ ਜਿਹੜਾ ਅੱਜ ਰੋਟੀ ਕੱਪੜੇ ਤੇ ਮਕਾਨ ਤੋਂ ਜਿਹੜਾ ਪਰੇਸ਼ਾਨ ਹੈ, ਬੇਰੁਜ਼ਗਾਰੀ ਤੋਂ ਪਰੇਸ਼ਾਨ ਹੈ, ਨਿਤ ਬਰਾ ਜ਼ਿੰਦਗੀ ਦੀਆਂ ਜਿਹੜੀਆਂ ਸਹੂਲਤਾਂ ਉਹਨੂੰ ਮਿਲਣੀਆਂ ਚਾਹੀਦੀਆਂ, ਆਪਾਂ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਜੈਮਨ ਜੀ ਪਰੇਸ਼ਾਨ ਹੈ, ਉਧਰ ਤੱਕ ਕਦੀ ਧਿਆਨ ਨਹੀਂ ਦਿੱਤਾ ਸੰਧੂ ਸਾਹਿਬ ਦਾ ਇੱਥੇ। ਜੀ ਸੰਧੂ ਸਾਹਿਬ ਦਾ ਜਵਾਬ ਜ਼ਰੂਰੀ ਹੈ। ਸੰਧੂ ਸਾਹਿਬ, ਅਕਾਲੀ ਦਲ ਨੂੰ ਪੂਛ ਨਾ ਬਣਾਓ ਬੀਜੇਪੀ ਦੀ, ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਦੀ ਪੂਛ ਨਾ ਬਣਾਓ। ਤੁਹਾਡੇ ਤੋਂ ਰਿਐਕਸ਼ਨ ਲਵਾਂਗਾ ਜੀ ਸੰਧੂ ਸਾਹਿਬ। ਗੌਰਵ ਜੀ ਦੇਖੋ ਅੱਜ ਨਾ ਪੀਰ ਮੁਹੰਮਦ ਜੀ ਫਿਲਾਸਫਰ ਬਣ ਗਏ। ਦੇਖੋ ਮੈਂ ਤੁਹਾਨੂੰ ਨਾ ਯਾਦ ਕਰਾਉਣਾ, ਚੀਮਾ ਸਾਹਿਬ ਨੇ ਅੱਜ ਹੀ ਇੱਕ ਬਿਆਨ ਦਿੱਤਾ ਵੀ ਜਿਹੜਾ ਸਾਨੂੰ ਨਾ ਇਹਨਾਂ ਨੂੰ ਜਾਣਾ ਚਾਹੀਦਾ ਤੇ ਅਸੀਂ ਜਾਵਾਂਗੇ ਜੀ। ਤੇ ਤੁਹਾਨੂੰ ਮੈਂ ਥੋੜਾ ਜਿਹਾ ਪਹਿਲਾਂ ਜਲੰਧਰ ਇਲੈਕਸ਼ਨ ਲੰਘੀ ਨੂੰ ਥੋੜਾ ਚਿਰ ਹੋਇਆ, ਚੀਮਾ ਜੀ ਨੇ ਨਾ ਇਲੈਕਸ਼ਨ ਹਾਰਨ ਤੋਂ ਬਾਅਦ ਇੱਕ ਤੁਹਾਡੇ ਮੇਰੇ ਖਿਆਲ ਚੈਨਲ ਤੇ ਬਿਆਨ ਦਿੱਤਾ ਸੀ ਵੀ ਜੇ ਅਸੀਂ ਤੇ ਬੀਜੇਪੀ ਰਲ ਜਾਂਦੇ ਤੇ ਸਾਡੀ 1.5 ਲੱਖ ਵਾ ਤੇ 1.5 ਲੱਖ ਉਹਨਾਂ ਦੀ ਵੋਟ ਆ ਤਾਂ ਅਸੀਂ ਰਲ ਕੇ ਨਾ ਜਿੱਤ ਸਕਦੇ ਸੀ ਸੀਟ। ਉਹਨਾਂ ਦਾ ਬੇਸਿਕਲੀ ਦਰਦ ਛਲਕਿਆ, ਕਹਿਣ ਤੋਂ ਭਾਵ ਸੀ ਵੀ ਅਸੀਂ ਦੁਬਾਰਾ ਇੱਕ ਹੋ ਜਾਈਏ। ਗੌਰਵ ਜੀ ਅਗਲੇ ਦਿਨ ਹੀ ਹਰਦੀਪ ਪੁਰੀ ਜੀ ਜਿਹੜੇ ਅੰਮ੍ਰਿਤਸਰ ਆਏ, ਆਉਂਦਿਆਂ ਹੀ ਉਹਨਾਂ ਨੇ ਸਪਸ਼ਟ ਕੀਤਾ ਵੀ ਨਾ ਬਈ ਨਾ, ਅਸੀਂ ਤੁਹਾਡੇ ਨਾਲ ਕਿਸੇ ਰੂਪ ਚ ਕੋਲੈਬੋਰੇਸ਼ਨ ਨਹੀਂ ਕਰਦੇ। ਕਾਰਨ ਪਤਾ ਕੀ ਸੀਗਾ? ਕਾਰਨ ਸੀ ਅਰੁਣ ਜੇਤਲੀ ਨੇ, ਇਹਨਾਂ ਅਕਾਲੀਆਂ ਨੇ ਕਿਹਾ ਸੀ ਵੀ ਤੁਸੀਂ ਘਰ ਸੌਂ ਜਾਓ, ਅਸੀਂ ਤੁਹਾਨੂੰ ਜਿਤਾਵਾਂਗੇ, ਤੇ ਬਹੁਤ ਬੁਰੀ ਤਰ੍ਹਾਂ ਹਰਾ ਕੇ ਭੇਜਿਆ। ਅਗਲੀ ਵਾਰੀ ਚਲੋ ਮੈਂ ਪੁਆਇੰਟ ਤੇ ਵਾਪਸ ਆ ਜਾਵਾਂ। ਤੁਹਾਨੂੰ ਲੱਗ ਰਿਹਾ ਹੈ ਕਿ ਅਕਾਲੀ ਦਲ ਤਾਂ ਸਮਰਥਨ ਕਰ ਰਿਹਾ ਕਿ ਉਹ ਗੜਜੋੜ ਰਾਜਨੀਤੀ 'ਚ ਕੋਈ ਕਿਸੇ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਕੌਣ ਜਿੱਤੇਗਾ ਕੌਣ ਹਾਰੇਗਾ, ਇਹ ਵੋਟਰਾਂ ਨੇ ਫੈਸਲਾ ਕਰਨਾ ਹੁੰਦਾ। ਸੰਧੂ ਸਾਹਿਬ ਇਸ ਤਰ੍ਹਾਂ ਦੇ ਕਦੀ ਜਿਹੜੇ ਹੈ ਨਾ, ਸੰਧੂ ਸਾਹਿਬ ਮੈਂ ਪੁਆਇੰਟ ਦੇ ਉੱਤੇ ਆ ਜਾ, ਜੈਪਾਲ ਜੀ ਤੋਂ ਰਿਐਕਸ਼ਨ ਲੈਣਾ, ਮੈਂ ਉਸ ਤੋਂ ਬਾਅਦ ਮੈਂ ਜਵਾਬ ਲਵਾਂਗਾ। ਸੰਧੂ ਸਾਹਿਬ ਦੇਖੋ, ਉਹ ਕਹਿ ਰਹੇ ਨੇ ਕਿ ਕਾਂਗਰਸ ਉਹ ਪਾਰਟੀ ਸਵਾਲ ਚੁੱਕਦੀ ਹੈ ਜਿਨ੍ਹਾਂ ਨੇ ਰਾਸ਼ਟਰਪਤੀ ਨੂੰ ਦੱਸੇ ਬਿਨਾ ਆਪਰੇਸ਼ਨ ਬਲੂ ਸਟਾਰ ਕਰ ਦਿੱਤਾ। ਅਕਾਲੀ ਦਲ ਇਹ ਇਲਜ਼ਾਮ ਲਗਾ ਰਿਹਾ। ਸੌਰੀ, ਤੁਸੀਂ ਮੇਰੀ ਗੱਲ ਨੂੰ ਕੰਟੀਨਿਊ ਹੋਣ ਨਹੀਂ ਦਿੱਤਾ। ਫਿਰ ਜਦੋਂ ਕੰਟੀਨਿਊ ਹੁੰਦੀ ਉਹਦੀ ਰੰਗਤ ਟੁੱਟ ਜਾਂਦੀ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹਨਾ, ਹਰਦੀਪ ਪੁਰੀ ਜੀ ਨੂੰ ਇਹਨਾਂ ਨੇ ਹਰਾ ਕੇ ਅਕਾਲੀਆਂ ਨੇ ਭੇਜਿਆ। ਇਹ ਜ਼ਿੰਦਗੀ 'ਚ ਕਦੀ ਇਕੱਠੇ ਨਹੀਂ ਹੋ ਸਕਦੇ। ਇਹ ਜਿੰਨੇ ਮਰਜ਼ੀ ਦਾ ਪੇਜ ਕਰ ਲੈਣ, ਜਿੰਨੇ ਮਰਜ਼ੀ ਉੱਥੇ ਜਾ ਕੇ ਬੀਜੇਪੀ ਦੇ ਅੱਗੇ ਪਿੱਛੇ ਫਿਰ ਲੈਣ, ਉਹਨਾਂ ਨੇ ਤੁਹਾਨੂੰ ਫਿਕਰ ਨਹੀਂ ਹੋਣਾ ਚਾਹੀਦਾ। ਇਸ ਗੱਲ ਦਾ ਤੁਹਾਨੂੰ ਫਿਕਰ ਨਹੀਂ ਹੋਣਾ ਚਾਹੀਦਾ। ਤੁਸੀਂ ਜਿਨ੍ਹਾਂ ਨਾਲ ਗੱਠਜੋੜ ਕਰਨਾ ਚਾਹੁੰਦੇ ਹੋ, ਉਹ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕਿਵੇਂ ਤੁਸੀਂ ਬੈਠਦੇ ਹੋ ਤੇ ਕਿਵੇਂ ਤੁਹਾਡਾ ਰੋਜ਼ ਦਾ ਡਰਾਮੇਬਾਜ਼ੀ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਇੱਥੇ ਇੱਕ ਦੂਜੇ ਨਾਲ ਇਕੱਠੇ ਨਜ਼ਰ ਆ ਰਹੇ ਨੇ। ਮੇਰੀ ਗੱਲ ਤੇ ਤੁਹਾਨੂੰ ਜਾਓ, ਤੁਸੀਂ ਬੀਜੇਪੀ ਦੇ ਕੋਲ ਜਾਓ, ਤੁਹਾਨੂੰ ਫਿਰ ਕੁਝ ਨਹੀਂ ਲੱਭਣਾ। ਤੁਹਾਨੂੰ ਜਿਹੜੀ ਅਕਾਲੀ ਦਲ ਪੰਜਾਬ ਆ, ਉਹਨੂੰ ਬੀਜੇਪੀ ਦਾ ਤੁਹਾਨੂੰ ਦੇਖੋ, ਸਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ, ਸਾਡੇ ਕੋਲ ਹੀ ਆਵੇਗਾ ਹਰ ਕੋਈ। ਚਲੋ ਆਪਾਂ ਗੱਠਜੋੜ ਵਾਲੇ ਕੋਲ ਨਹੀਂ ਜਾਂਦੇ। ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਜਮਾਤ ਹੈ, ਉਹ ਕੱਲੀ ਰਾਜ ਸੱਤਾ ਵਾਸਤੇ ਨਹੀਂ ਬਣੀ। ਗੱਲ ਕਹਿ ਰਹੇ ਕਿ ਅਸੀਂ ਆਪਣੇ ਪੰਜਾਬ ਦੇ ਖਿੱਤੇ ਦੇ ਵਿੱਚ ਜਿਹੜੇ ਸਾਡੀਆਂ ਮੰਗਾਂ ਨੇ, ਉਹਨਾਂ ਵੱਲ ਅਸੀਂ ਜਾਣਨਾ ਚਾਹੁੰਦੇ ਨੇ। ਆਪਣਾ ਧਿਆਨ ਜਿਹੜਾ ਕੇਂਦਰਿਤ ਕਰਦੇ ਰਹਿੰਦੇ ਆ, ਉਹ ਬੀਜੇਪੀ ਨੂੰ ਵੀ ਧਿਆਨ ਦੇਣਾ ਚਾਹੀਦਾ। ਇਹ ਤਾਂ ਗੱਲ ਨਹੀਂ ਪਹੁੰਚ ਪਾਉਂਦੀ। ਨਹੀਂ ਦੇਖੋ, ਇਹ ਵੀ ਇਸ ਸਮੇਂ ਸਵਾਲ ਤਾਂ ਪੀਰ ਮੁਹੰਮਦ ਜੀ ਇਹ ਵੀ ਹੋ ਰਹੇ ਨੇ
ਸਵਾਲ ਇਹ ਵੀ ਹੋ ਰਿਹਾ ਕਿ ਜਿਹੜੀਆਂ 19 ਪਾਰਟੀਆਂ ਇਕੱਠੀਆਂ ਹੋ ਕੇ ਬਾਈਕਾਟ ਕਰ ਰਹੀਆਂ ਨੇ, ਕੀ 19 ਦੀਆਂ 19 ਪਾਰਟੀਆਂ 2024 ਦੇ ਵਿੱਚ ਇਕੱਠੀਆਂ ਹੋ ਕੇ ਬੀਜੇਪੀ